प्यारे विद्यार्थियों सत श्री अकाल। मैं मनोज कुमार मैथ मास्टर सरकारी हाई स्कूल पवाड़ा जिला जलंधर ਤੁਹਾਡੇ ਸਾਹਮਣੇ ਸਨਮੁਖ ਹਾਂ ਤੇ ਅੱਜ ਅਸੀਂ 9ਵੀਂ ਜਮਾਤ ਦੇ ਅਭਿਆਸ 9.3 ਦੇ ਜਿਹੜੇ ਦੂਸਰੇ ਭਾਗ ਜਿਹੜੇ ਆ ਉਹ ਆਪਰੇਸ਼ਨ ਹੱਲ ਕਰਾਂਗੇ। 9.3 ਦੇ ਵਿੱਚ ਸਾਡੇ ਕੋਲ ਜੋ ਸਵਾਲ ਹਨ ਉਹ ਸਮਾਨਾਂਤਰ ਚਤੁਰਭੁਜਾਂ ਅਤੇ ਤ੍ਰਿਭੁਜ ਦੇ ਖੇਤਰਫਲ ਦੇ ਨਾਲ ਸੰਬੰਧਿਤ ਹਨ ਤੇ ਅਸੀਂ ਉਸੇ ਲੜੀ ਦੇ ਵਿੱਚ ਅੱਜ ਜਿਹੜਾ ਛੇਵਾਂ ਸਵਾਲ ਜਿਹੜਾ ਹੈਗਾ ਉਹ ਹੱਲ ਕਰਾਂਗੇ, ਜਿਸ ਦੇ ਵਿੱਚ ਹੈ ਵੀ ਚਿੱਤਰ ਦੇ ਵਿੱਚ ਜਿਹੜਾ ਸਾਡੇ ਕੋਲ ਚਤੁਰਭੁਜ ABCD ਦੇ ਵਿਕਰਨ AC ਅਤੇ BD ਆਪਸ ਦੇ ਵਿੱਚ ਬਿੰਦੂ O ਦੇ ਉੱਤੇ ਕੱਟਦੇ ਹਨ। ਵੀ ਜੇਕਰ ਆਪਣੇ ਕੋਲ AB ਬਰਾਬਰ CD ਹੋਵੇ ਤਾਂ ਦਰਸਾਓ ਕਿ AB ਬਰਾਬਰ CD ਹੋਵੇ, ਬਰਾਬਰ C ਤੇ D ਆਣ ਕੇ ਦੋਨੇ ਜਿਹੜੇ ਬਰਾਬਰ ਹੋਣ ਤਾਂ ਅਸੀਂ ਦਰਸਾਉਣਾ ਹੈਗਾ ਆ ਵੀ ਏਰੀਆ ਆਫ ਤ੍ਰਿਭੁਜ DOC ਬਰਾਬਰ ਏਰੀਆ ਆਫ ਤ੍ਰਿਭੁਜ AOE ਹੈ, AOB ਹੈ। ਹੁਣ ਪਹਿਲਾਂ ਅਸੀਂ ਹੱਲ ਕਰਦੇ ਹਾਂ। ਇਹਦੇ ਵਿੱਚ ਅਸੀਂ ਇੱਥੇ ਜਿਹੜਾ ਹੈਗਾ ਆ ਉਹ ਲੰਬ ਜਿਹੜੇ ਆ ਉਹ ਡਰਾ ਕਰਦੇ ਹੈਗੇ ਆ AC ਦੇ ਉੱਤੇ D ਬਿੰਦੂ ਦੇ ਉੱਪਰੋਂ, ਤਾਂ ਇਸੇ ਢੰਗ ਦੇ ਨਾਲ B ਤੋਂ ਵੀ ਜਿਹੜਾ ਹੈਗਾ ਉਹ C ਦੇ ਉੱਤੇ ਅਸੀਂ ਲੰਬ ਜਿਹੜੇ ਆ ਉਹ ਡਰਾ ਕੀਤੇ। ਇਹਨਾਂ ਨੂੰ ਅਸੀਂ ਜਿਹੜਾ ਹੈਗਾ ਨਾਮਕਰਨ ਦੇ ਦਿੰਦੇ ਹੈਗੇ ਆ, ਜਿਸ ਤਰ੍ਹਾਂ L ਜਾਂ M, L ਨਾਂ ਦੇ ਦਿੱਤਾ ਜਾਂ M ਦੇ ਦਿੱਤਾ। ਇਸ ਢੰਗ ਦੇ ਨਾਲ ਅਸੀਂ ਕੋਈ ਵੀ ਜਿਹੜੇ ਨਾਮ ਆ ਉਹ ਇਹਨਾਂ ਨੂੰ ਦੇ ਸਕਦੇ ਹੈਗੇ ਆ। ਵੀ ਅਸੀਂ ਇੱਥੇ ਲੈ ਦਿੱਤੇ ਹੈਗਾ DL ਲੰਬ AC ਅਤੇ BM ਲੰਬ AC ਖਿੱਚਿਆ, AC ਖਿੱਚਿਆ। ਹੁਣ ਸਾਡੇ ਕੋਲ ਆਹ ਵਾਲੀ ਜਿਹੜੀ ਹੈਗੀ ਆ, ਅਸੀਂ ਆਹ ਵਾਲੀ ਜਿਹੜੀ ਤ੍ਰਿਭੁਜ, ਇੱਕ ਆਹ ਵਾਲੀ ਤ੍ਰਿਭੁਜ ਤੇ ਇੱਕ ਆਹ ਵਾਲੀ ਤ੍ਰਿਭੁਜ, ਇਹ ਅਸੀਂ ਲੈਂਦੇ ਆ ਦੋ, ਠੀਕ ਹੈ ਨਾ। ਏਰੀਆ ਆਫ ਜਾਂ ਅਸੀਂ ਲਿਖ ਦੇਗੇ ਤ੍ਰਿਭੁਜ DLO ਅਤੇ ਤ੍ਰਿਭੁਜ BMO ਦੇ ਵਿੱਚ ਦੋ ਤ੍ਰਿਭੁਜਾਂ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਕੀ ਕੀ ਚੀਜ਼ਾਂ ਸਾਂਝੀਆਂ ਆ। ਹੁਣ ਇਹਦੇ ਵਿੱਚ ਇੱਕ ਤਾਂ ਆਪਣੇ ਕੋਲ ਆ ਜਿਹੜਾ ਐਂਗਲ ਆ, ਠੀਕ ਹੈ ਨਾ, ਐਂਗਲ ਆਪਣੇ ਕੋਲ ਆ ਵਾਲਾ ਹੈ ਵੀ ਕੋਣ DLO ਬਰਾਬਰ ਇਧਰਲੇ ਪਾਸੇ BMO ਹਰੇਕ 90 ਡਿਗਰੀ, ਕਿਉਂਕਿ ਇਹ ਆਪਣੇ ਕੋਲ DL ਅਤੇ BM ਇਹ AC ਦੇ ਉੱਤੇ ਲੰਬ ਹਨ। ਦੂਸਰਾ ਹੈ ਆਪਣੇ ਕੋਲ ਆਹ ਵਾਲੇ ਕੋਣ ਜਿਹੜੇ ਹੈਗੇ ਆ ਦੋਹਾਂ ਹੀ ਟ੍ਰਾਇੰਗਲਾਂ ਦੇ ਵਿੱਚ ਬਰਾਬਰ ਆ। ਸਿਖਰ ਸਨਮੁਖ ਕੋਣ ਅਸੀਂ ਕਹਿ ਸਕਦੇ ਹੈਗੇ, ਇਹਦੇ ਵਿੱਚ ਇਹਨੂੰ ਚਾਹੇ ਨੰਬਰ ਦੇ ਦਿਓ, ਇੱਕ ਜਾਂ ਦੋ ਨੰਬਰ ਇਹਨੂੰ ਦੇ ਸਕਦੇ ਹੈਗੇ, ਇੱਕ ਤੇ ਇਹਨੂੰ ਦੋ ਨੰਬਰ ਦੇ ਸਕਦੇ ਹੈਗੇ ਆਪਾਂ, ਠੀਕ ਹੈ ਨਾ। ਕੋਣ 1 ਬਰਾਬਰ ਕੋਣ 2, ਸਿਖਰ ਸਨਮੁਖ ਕੋਣ, ਸਿਖਰ ਸਨਮੁਖ ਕੋਣ। ਹੁਣ ਉਸ ਤੋਂ ਬਾਅਦ ਤੇ ਆ ਜਿਹੜੀ ਸਾਈਡ ਜਿਹੜੀ ਹੈਗੀ ਆ ਉਹ ਬਰਾਬਰ ਦਿੱਤੀ ਹੋਈ ਹੈਗੀ ਆ OD ਤੇ OB, OD ਬਰਾਬਰ OB ਇਹ ਬਰਾਬਰ ਦਿੱਤਾ ਹੋਇਆ ਹੈ। ਹੁਣ ਆਪਣੇ ਕੋਲ ਤਿੰਨ ਚੀਜ਼ਾਂ ਇਹਦੇ ਵਿੱਚ ਹੋ ਗਈਆਂ, ਦੋ ਐਂਗਲ ਬਰਾਬਰ ਹੋ ਗਏ ਤੇ ਇੱਕ ਸਾਈਡ ਬਰਾਬਰ ਹੋ ਗਈ। ਅਸੀਂ ਲਿਖਾਂਗੇ AAS ਉਪ ਸਿਧਾਂਤ ਅਨੁਸਾਰ AAS ਉਪ ਸਿਧਾਂਤ ਦੇ ਅਨੁਸਾਰ ਹੁਣ ਅਸੀਂ ਦੇਖਦੇ ਹੈਗੇ ਆ ਵੀ ਇਹਦੇ ਵਿੱਚ ਇੱਕ ਜਿਹੜਾ ਕੋਣ ਆ ਉਹ 90 ਡਿਗਰੀ ਹੈ, ਦੂਸਰਾ ਆਪਣੇ ਕੋਲ ਕੋਣ 1 ਬਰਾਬਰ ਕੋਣ 2 ਹੈ ਤੇ OD ਬਰਾਬਰ OB ਦਿੱਤਾ ਹੈ। ਇਸ ਕਰਕੇ AA ਉਪ ਸਿਧਾਂਤ ਦੇ ਅਨੁਸਾਰ ਸਾਡੇ ਕੋਲ ਤ੍ਰਿਭੁਜਾਂ ਸਰਵੰਗ ਸਮ ਹੋ ਜਾਂਦੀਆਂ ਨੇ। ਤ੍ਰਿਭੁਜ OLD ਸਰਵੰਗ ਸਮ ਹੈ ਤ੍ਰਿਭੁਜ BMD। ਜੇਕਰ ਆਪਣੇ ਕੋਲ ਤ੍ਰਿਭੁਜਾਂ ਸਰਵੰਗ ਸਮ ਹੋਣ ਤਾਂ ਉਹਨਾਂ ਦੇ ਕੋਰਸਪੋਂਡੈਂਸ ਜਿਹੜੇ ਪਾਰਟਸ ਆ ਉਹ ਵੀ ਜਿਹੜੇ ਆ ਉਹ
ਬਰਾਬਰ ਹੁੰਦੇ ਹੈਗੇ ਆ। ਇਸ ਲਈ ਆਪਣੇ ਕੋਲ DL ਬਰਾਬਰ BM ਆਪਾਂ ਕਹਿ ਸਕਦੇ ਹੈਗੇ ਆ ਕੋਰਸਪੋਂਡਸ ਪਾਰਟ ਆਫ ਕੰਕਰੈਂਟ ਟ੍ਰਾਇੰਗਲ। ਬਈ ਤ੍ਰਿਭੁਜ DCL ਅਤੇ ਤ੍ਰਿਭੁਜ ABM। ਆਹ ਵਾਲੀ ਤ੍ਰਿਭੁਜ DCL ਤੇ ABM। ਹੁਣ ਇਹਨਾਂ ਦੋਹਾਂ ਤ੍ਰਿਭੁਜਾਂ ਵਿੱਚ ਅਸੀਂ ਦੇਖਦੇ ਹਾਂ, ਪਹਿਲਾਂ ਤਾਂ ਹੈ ਆਪਣੇ ਕੋਲ ਆਹ ਵਾਲਾ ਇਧਰੋਂ ਐਂਗਲਸ CLD ਬਰਾਬਰ ਐਂਗਲਸ AMB ਹਰੇਕ 90 ਡਿਗਰੀ। ਫਿਰ ਉਸ ਤੋਂ ਬਾਅਦ ਇੱਕ ਹੈ ਆਪਣੇ ਕੋਲ ਇਹਦੇ ਵਿੱਚ ਆਹ ਵਾਲੀ ਜਿਹੜੀ ਸਾਈਡ ਜਿਹੜੀ ਹੈਗੀ ਆ, ਆਹ ਵਾਲੀ ਸਾਈਡ ਤੇ ਆਹ ਵਾਲੀ ਸਾਈਡ ਇਹ ਅਸੀਂ ਸਿੱਧ ਕੀਤੀ ਹੈ DL ਬਰਾਬਰ ਅਸੀਂ ਸਿੱਧ ਕੀਤਾ ਹੈ BM ਦੇ ਇਹ ਅਸੀਂ ਸਿੱਧ ਕੀਤਾ ਹੈ। ਉਸ ਤੋਂ ਬਾਅਦ ਸਾਡੇ ਕੋਲ ਆਹ ਚੀਜ਼ ਹੋ ਗਈ, ਇਧਰੋਂ ਆਹ ਚੀਜ਼ ਹੋ ਗਈ, ਆਹ ਵਾਲਾ ਐਂਗਲ ਹੋ ਗਿਆ ਬਰਾਬਰ। ਤੇ ਅਗਲੀ ਹੈ ਆਪਣੇ ਕੋਲ ਆਹ ਜਿਹੜੀ ਸਾਈਡ ਹੈ, ਆਹ ਵਾਲੀ ਸਾਈਡ ਤੇ ਆਹ ਵਾਲੀ ਸਾਈਡ ਜਿਹੜੀ ਹੈਗੀ ਆ, ਇਹ ਦੋਨੇ ਹੀ ਆਪਣੇ ਕੋਲ ਬਰਾਬਰ ਹੈਗੀਆਂ ਆ। ਇਸ ਤੇ ਆਪਾਂ ਲਿਖਦੇ ਹੈਗੇ ਆ CD ਜਾਂ DC ਲੈ ਸਕਦੇ ਆ ਬਰਾਬਰ AB। ਇਹ ਆਪਣੇ ਕੋਲ ਦਿੱਤਾ ਹੈ। ਹੁਣ ਆਪਣੇ ਕੋਲ ਦੋ ਜਿਹੜੀਆਂ ਸਾਈਡਾਂ ਜਿਹੜੀਆਂ ਹੈਗੀਆਂ ਬਰਾਬਰ ਆ ਤੇ ਇੱਕ ਜਿਹੜਾ ਹੈਗਾ ਉਹ ਐਂਗਲ ਬਰਾਬਰ ਹੈਗਾ ਆ। ਇਸ ਲਈ ਆਪਣੇ ਕੋਲ ਫਾਰਮੂਲਾ ਹੁੰਦਾ ਹੈਗਾ ਆ RHS ਨਿਯਮ ਦੇ ਅਨੁਸਾਰ ਤ੍ਰਿਭੁਜ DCL ਸਰਵਾਂਗਸਮ ਹੈ ਤ੍ਰਿਭੁਜ ABM। ਵੀ ਦੋਨੇ ਜਿਹੜੇ ਤ੍ਰਿਭੁਜ ਜਿਹੜੇ ਹੈਗੀਆਂ ਉਹ ਸਰਵਾਂਗਸਮ ਹੋਣਗੀਆਂ। ਤੇ ਹੁਣ ਇਹਨੂੰ ਆਪਾਂ ਪੁਆਇੰਟ ਦੇਂਦੇ ਹੈਗੇ 2। ਇਹਨੂੰ ਅਸੀਂ ਪੁਆਇੰਟ ਦਿੱਤਾ ਸੀ ਪਹਿਲੇ ਨੂੰ ਪਹਿਲਾ। ਹੁਣ ਆਪਣੇ ਕੋਲ ਦੋ ਤਰ੍ਹਾਂ ਦੇ ਹੋ ਗਏ। ਪਹਿਲਾਂ ਅਸੀਂ ਸਿੱਧ ਕੀਤਾ ਸੀ ਤ੍ਰਿਭੁਜ DLO ਸਰਵਾਂਗਸਮ ਹੈ ਤ੍ਰਿਭੁਜ BMO। ਫਿਰ ਅਸੀਂ ਹੁਣ ਜਿਹੜਾ ਸਿੱਧ ਕੀਤਾ ਹੈ ਵੀ ਤ੍ਰਿਭੁਜ DCL ਸਰਵਾਂਗਸਮ ਤ੍ਰਿਭੁਜ ABM। परंतु सर्वांगसम त्रिभुजा दा क्षेत्रफल बराबर हुंदा है। इसलिए जो असीं आ पहली जिहड़ी लिखी सी नंबर एरिया ऑफ त्रिभुज DLO बराबर एरिया ऑफ त्रिभुज BMO इनू असीं नंबर 3 पाता। फिर उस तो बाद एरिया ऑफ जो असीं 2 नंबर कीता सीगा बई एरिया ऑफ त्रिभुज DCL बराबर एरिया ऑफ त्रिभुज ABM। इनू असीं नंबर देता 4। हुण अपने कोल नंबर आ गए 3 ਅਤੇ 4। ਇਹਨਾਂ ਦੋਹਾਂ ਨੂੰ ਅਸੀਂ ਜਿਹੜਾ ਹੈਗਾ ਆ ਜੋੜਾਂਗੇ। ਨੰਬਰ 3 ਅਤੇ 4 ਨੂੰ ਜੋੜਨ ਤੇ ਨੰਬਰ 3 ਅਤੇ 4 ਨੂੰ ਜੋੜਨ ਤੇ ਇਧਰ ਹੈਗਾ ਆਪਣੇ ਕੋਲ ਏਰੀਆ त्रिभुज DLO प्लस एरिया त्रिभुज DCL बराबर इधरले पासे एरिया त्रिभुज BMO प्लस एरिया त्रिभुज ABM। ਹੁਣ ਇਹਨਾਂ ਦੋਹਾਂ ਨੂੰ ਜਿਹੜੇ ਜੋੜਨ ਤੇ ਸਾਡੇ ਕੋਲ ਕੀ ਬਣਦਾ ਹੈ? ਆਹ ਸੇ ਆਪਣੇ ਕੋਲ DLO ਆਹ ਵਾਲਾ ਹਿੱਸਾ, ਆਹ ਹੈ ਆਪਣੇ ਕੋਲ DCL ਆਹ ਵਾਲਾ ਹਿੱਸਾ, ਆਹ ਵਾਲੀ ਟ੍ਰਾਇੰਗਲ ਤੇ ਆਹ ਵਾਲੀ ਟ੍ਰਾਇੰਗਲ ਦੋਨੇ ਹੀ ਮਿਲ ਕੇ ਜਿਹੜਾ ਆਪਣੇ ਕੋਲ ਬਣ ਗਈਆਂ DOC। ਏਰੀਆ ਆਫ ट्रायंगल्स DOC बराबर
इधरले पासे एरिया ऑफ ट्रायंगल्स BMO वाले ट्रायंगल का एरिया। उस तो बाद है एरिया ऑफ ट्रायंगल्स ABM वाले ट्रायंगल। हुण इन्हां दोहां नूं जदों असीं जोड़दे हांगे ते आपां नूं बण जांदी ABO, जां असीं इहनूं कह सकदे हां AOB भी कह सकदे हां। एरिया ऑफ त्रिभुज AOB। हुण साडे कोल हैगा आ एरिया ऑफ त्रिभुज DOC बराबर एरिया ऑफ त्रिभुज AOB। ये असीं जिहड़ा हैगा पता कीता जो असीं सिद्ध करना सी। हुण असीं दूसरा पार्ट जिहड़ा है हल करांगे। एरिया ऑफ ट्रायंगल्स CDCB बराबर एरिया ऑफ ट्रायंगल्स ACB। पहला असीं जिहड़ा है वो हल कीता है एरिया ऑफ ट्रायंगल्स DOC बराबर एरिया ऑफ ट्रायंगल AOB। इस तो असीं जिहड़ा है वो स्टार्ट करते हैं। दूसरे पार्ट को असीं हल करन लगे हैं। पहला असीं जिहड़ा है जो असीं हल कीता है उस तो ही चुकते हैं एरिया ऑफ ट्रायंगल्स DOC बराबर एरिया ऑफ ट्रायंगल्स AOB। ये असीं पहला सिद्ध कर चुके हैं। ਇਹਦੇ ਵਿੱਚ ਅਸੀਂ ਦੋਹਾਂ ਪਾਸੇ ਜਿਹੜਾ ਹੈਗਾ ਆ ਏਰੀਆ ਆਫ ਟ੍ਰਾਇੰਗਲਸ BOC ਇਹ ਅਸੀਂ ਐਡ ਕਰ ਦਿੰਦੇ ਆ। ਏਰੀਆ ਆਫ ਟ੍ਰਾਇੰਗਲਸ DOC प्लस एरिया ऑफ ट्रायंगल्स BOC बराबर एरिया ऑफ ट्रायंगल्स AOB प्लस एरिया ऑफ ट्रायंगल्स BOC। हुण साडे कोल जदों असीं इन्हां नूं जिहड़ा ऐड कीता आ है अपने कोल ट्रायंगल्स DOC आ वाला एरिया, फिर BOC आ वाला एरिया। जदों असीं दोहां नूं मिलाया ते ये अपने कोल बन गया है BDC जां आपां इहनूं कि DCB भी कह सकदे हां। एरिया ऑफ ट्रायंगल्स DCB बराबर एरिया ऑफ ट्रायंगल्स इधरले पासे AOB ते BOC ये बन गया अपने कोल ACB एरिया ऑफ ट्रायंगल ACB। इसनूं असीं एरिया ऑफ DCB बराबर एरिया ऑफ ACB भी लिख सकते हैं। ये असीं सिद्ध करना सी। प्यारे विद्यार्थियों दूजे पार्ट दे विच असीं सिद्ध कीता है भी एरिया ऑफ त्रिभुज DCB बराबर एरिया ऑफ त्रिभुज ACB है। भी DCB जिहड़ा B आ वाले त्रिभुज ते इधर होगा ACB इन्हां दा जिहड़ा एरिया है वो समान है। ਅਸੀਂ ਲਿਖਦੇ ਹਾਂ ਇਹ ਹੁਣ ਤੀਸਰੇ ਦਾ ਅਸੀਂ ਜਿਹੜਾ ਹੱਲ ਕਰਨਾ ਹੈ। ਤੀਸਰੇ ਵਾਸਤੇ ਹੱਲ ਹੈ ਸਾਡੇ ਕੋਲ ਤ੍ਰਿਭੁਜ DCB ਅਤੇ ਤ੍ਰਿਭੁਜ ACB ਦੋਵੇਂ ਇੱਕੋ ਹੀ ਆਧਾਰ BC ਦੇ ਉੱਤੇ ਸਥਿਤ ਹਨ। उत्ते बणियां हन जां स्थित हन कह सकते हैं बणियां हन अते इन्हां दा खेत्रफल बराबर है जो असीं पहलां सिद्ध कर चुके हैं अते इन्हां दा खेत्रफल बराबर है। हुण जे अपने कोल दो त्रिभुजां दा आधार एक होवे अते इन्हां दा खेत्रफल जिहड़ा बराबर होवे ਤਾਂ ਆਪਾਂ यानी कि कह सकते हैं भी ये ਜਿਹੜੀਆਂ त्रिभुजां दो समानांतर रेखावां ਦੇ ਵਿਚਕਾਰ ਹੋਣਗੀਆਂ। ਇਸ ਲਈ ਦੋਵੇਂ त्रिभुजां समानांतर रेखावां ਵਿਚਕਾਰ होणगीਆਂ। इस लई DA समानांतर BC है
इस तरह ਅਸੀਂ ਕਹਿ ਸਕਦੇ ਹਾਂ, ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ कि ए बी सी डी एक समान अंतर चतुर्भुज है, एक समान अंतर चतुर्भुज है। ਤਾਂ ਇਹ ਅਸੀਂ ਜਿਹੜਾ ਹੈਗੇ ਆ ਪਹਿਲੇ 6ਵੇਂ ਸਵਾਲ ਦੇ 3 ਪਾਰਟ ਜਿਹੜੇ ਆ ਉਹ ਹੱਲ ਕੀਤੇ ਹਨ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਜਿਹੜਾ 7ਵਾਂ ਸਵਾਲ ਹੱਲ ਕਰਾਂਗੇ, ਜਿਸ ਦੇ ਵਿੱਚ ਹੈ ਵੀ ਬਿੰਦੂ D ਅਤੇ E ਕਰਮਵਾਰ ਤ੍ਰਿਭੁਜ ABC ਦੀਆਂ ਭੁਜਾਵਾਂ AB ਅਤੇ AC ਦੇ ਉੱਤੇ ਇਸ ਤਰ੍ਹਾਂ ਸਥਿਤ ਹਨ ਕਿ ਏਰੀਆ ਆਫ DBC ਬਰਾਬਰ ਏਰੀਆ ਆਫ EBC ਹੈ। ਦਰਸਾਓ ਕਿ DE ਸਮਾਨ ਅੰਤਰ BC ਹੈ। ਹੁਣ ਇਹਦੇ ਵਿੱਚ ਆਪਣੇ ਕੋਲ ਦਿੱਤਾ ਤਾਂ ਇਹ ਚੀਜ਼ ਹੈਗੀ ਆ ਵੀ ਬਿੰਦੂ D ਅਤੇ E ਕਰਮਵਾਰ ਤ੍ਰਿਭੁਜ ABC ਦੀਆਂ ਭੁਜਾਵਾਂ AB ਅਤੇ AC ਦੇ ਉੱਤੇ ਸਥਿਤ ਹਨ ਤੇ ਇਸ ਤਰ੍ਹਾਂ ਸਥਿਤ ਹਨ ਕਿ ਜਿਹੜਾ ਆਹ ਵਾਲਾ ਏਰੀਆ ਆ ਉਹ ਬਰਾਬਰ ਹੈ। ਪਹਿਲਾਂ ਆਪਾਂ ਲਿਖ ਲੈਂਦੇ ਹੈਗੇ ਆ ਹੱਲ ਦੇ ਵਿੱਚ ਦਿੱਤਾ ਹੈ ਇਹਦੇ ਵਿੱਚ ਵੀ ਬਿੰਦੂ D ਅਤੇ E ਕਰਮਵਾਰ ਤ੍ਰਿਭੁਜ ABC ਦੀਆਂ ਭੁਜਾਵਾਂ AB ਅਤੇ AC ਉੱਤੇ ਸਥਿਤ ਹਨ ਤੇ ਦੂਜਾ ਹੈ ਆਪਣੇ ਕੋਲ ਵੀ ਏਰੀਆ ਤ੍ਰਿਭੁਜ DBC ਬਰਾਬਰ ਏਰੀਆ ਤ੍ਰਿਭੁਜ EBC ਇਹ ਦਿੱਤਾ ਹੈ ਆਪਣੇ ਕੋਲ ਵੀ ਆਹ ਜਿਹੜੀ ਟ੍ਰਾਇੰਗਲ ਦਾ ਏਰੀਆ ਤੇ ਇਧਰੋਂ ਆਹ ਵਾਲੇ ਟ੍ਰਾਇੰਗਲ ਦਾ ਏਰੀਆ ਇਹ ਬਰਾਬਰ ਦਿੱਤਾ ਹੈ। ਉਸ ਤੋਂ ਬਾਅਦ ਰਚਨਾ ਅਸੀਂ ਕੀ ਕੀਤੀ ਹੈ, ਇਹਦੇ ਵਿੱਚ ਰਚਨਾ ਅਸੀਂ ਕੀਤੀ ਹੈ B ਨੂੰ E ਨਾਲ ਮਿਲਾਇਆ ਹੈ ਅਤੇ C ਨੂੰ D ਨਾਲ ਮਿਲਾਇਆ ਹੈ। BE ਅਤੇ CD ਨੂੰ ਮਿਲਾਇਆ ਹੈ ਵੀ ਸਹਿਜ ਅਸੀਂ ਕਰਨਾ ਹੈ ਵੀ ਆ ਅਸੀਂ ਲਿਖਿਆ ਹੈ ਦਰਸਾਓ ਕਿ DE ਸਮਾਨ ਅੰਤਰ BC ਹੈ। ਸਿੱਧ ਕਰਨਾ ਹੈ DE ਸਮਾਨ ਅੰਤਰ BC ਹੈ। ਅਸੀਂ ਆਪਣੇ ਕੋਲ ਸਟੈਪ ਪਹਿਲਾਂ ਦਿੱਤਾ ਹੈ ਰਚਨਾ ਤੇ ਫਿਰ ਸਿੱਧ ਕਰਨਾ ਹੈ। ਹੁਣ ਅੱਗੇ ਹੈ ਆਪਣੇ ਕੋਲ ਸਬੂਤ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਆਹ ਤ੍ਰਿਭੁਜ ਦਿੱਤੀ ਹੈਗੀ ਆ ਏਰੀਆ ਆਫ ਤ੍ਰਿਭੁਜ DBC ਬਰਾਬਰ ਏਰੀਆ ਆਫ ਤ੍ਰਿਭੁਜ EBC ਇਹ ਦਿੱਤਾ ਦੋਨੇ ਜਿਹੜੇ ਤ੍ਰਿਭੁਜਾਂ ਉਹ ਬਰਾਬਰ ਦਿੱਤੀਆਂ ਹੈਗੀਆਂ ਅਤੇ ਇਹ ਦੋਵੇਂ ਤ੍ਰਿਭੁਜਾਂ ਇੱਕ ਹੀ ਆਧਾਰ ਤੇ ਬਣੀਆਂ ਹੋਈਆਂ ਹਨ। ਅਸੀਂ ਜਾਣਦੇ ਹਾਂ ਵੀ ਜਿਹੜੀਆਂ ਤ੍ਰਿਭੁਜਾਂ ਦੋ ਇੱਕ ਹੀ ਆਧਾਰ ਦੇ ਉੱਪਰ ਬਣੀਆਂ ਹੋਣ ਅਤੇ ਉਹਨਾਂ ਦਾ ਖੇਤਰਫਲ ਜਿਹੜਾ ਸਮਾਨ ਹੋਵੇ ਤਾਂ ਉਹ ਦੋ ਜਿਹੜੇ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਹੁੰਦੀਆਂ ਹਨ। ਇਸ ਲਈ ਇਹ ਦੋਵੇਂ ਤ੍ਰਿਭੁਜਾਂ ਸਮਾਂਤਰ ਰੇਖਾਵਾਂ DE ਅਤੇ BC ਦੇ ਵਿਚਕਾਰ ਹਨ ਤਾਂ ਇਸ ਲਈ DE ਸਮਾਨ ਅੰਤਰ BC ਹੈ। ਇਸ ਲਈ DE ਸਮਾਨ ਅੰਤਰ BC ਹੈ। ਇਹ ਹੀ ਅਸੀਂ ਸਿੱਧ ਕਰਨਾ ਸੀ। ਪਿਆਰੇ ਵਿਦਿਆਰਥੀਓ, 8ਵੇਂ ਸਵਾਲ ਦੇ ਵਿੱਚ ਵੀ XY ਤ੍ਰਿਭੁਜ ABC ਦੀ ਭੁਜਾ BC ਦੇ ਸਮਾਨ ਅੰਤਰ ਇੱਕ ਰੇਖਾ ਹੈ ਜੇਕਰ BE ਸਮਾਨ ਅੰਤਰ AC
ਅਤੇ CF ਸਮਾਨਾਂਤਰ AB ਰੇਖਾ XY ਨੂੰ ਕ੍ਰਮਵਾਰ E ਅਤੇ F ਤੇ ਮਿਲਦੀ ਹੈ ਤਾਂ ਦਰਸਾਓ ਕਿ ਏਰੀਆ ਆਫ ਤ੍ਰਿਭੁਜ ABE ਬਰਾਬਰ ਏਰੀਆ ਆਫ ਤ੍ਰਿਭੁਜ ACF ਹੈ। ਹੁਣ ਇਹਦੇ ਵਿੱਚ ਸਟੇਟਮੈਂਟ ਦੇ ਵਿੱਚ ਆ ਜੋ ਚੀਜ਼ ਹੈ ਆਪਣੇ ਕੋਲ ਇੰਨੀ ਇਹ ਆਪਣੇ ਕੋਲ ਦਿੱਤਾ ਹੈ ਤੇ ਆ ਜਿਹੜੀ ਚੀਜ਼ ਹੈ ਇਹ ਅਸੀਂ ਕਰਨਾ ਆ ਸਿੱਧ ਕਰਨਾ। ਕੀ ਕਰਨਾ ਹੈ? ਇਹ ਸਿੱਧ ਕਰਨਾ ਹੈ, ਸਿੱਧ ਕਰਨਾ। ਹੁਣ ਅਸੀਂ ਸਬੂਤ ਦੇ ਉੱਪਰ ਆਉਂਦੇ ਆ। ਸਬੂਤ ਦੇ ਵਿੱਚ ਵੀ ਹੁਣ ਆਪਣੇ ਕੋਲ ਸਮਾਨਾਂਤਰ ਤਰ੍ਹਾਂ ਆਪਣੇ ਕੋਲ BCYE ਦੇ ਵਿੱਚ ਤ੍ਰਿਭੁਜ BCY ਤੇ E ਦੇ ਵਿੱਚ ਵੀ ਕੀ ਹੈ ਇਹਦੇ ਵਿੱਚ ਆਪਣੇ ਕੋਲ XY ਜਿਹੜਾ ਆ XY ਲਿਖਿਆ XY ਤ੍ਰਿਭੁਜ ABC ਦੀ ਭੁਜਾ BC ਦੇ ਸਮਾਨਾਂਤਰ ਹੈ। XY ਇਹਦੇ ਸਮਾਨਾਂਤਰ ਹੈ BC ਦੇ। ਠੀਕ ਹੈ, XY ਜਿਹੜੀ ਹੈਗੀ ਆ ਉਹ BC ਦੇ ਸਮਾਨਾਂਤਰ ਹੈ ਜਾਂ ਕਹਿ ਸਕਦੇ ਹੈਗੇ ਆ ਇਹਦੇ ਵਿੱਚ EF ਸਮਾਨਾਂਤਰ ਹੈ ਆਪਣੇ ਕੋਲ BC ਦੇ। ਇਸੇ ਹੀ ਤਰ੍ਹਾਂ ਆਪਣੇ ਕੋਲ ਆ ਦਿੱਤਾ ਹੋਇਆ ਹੈ BE ਸਮਾਨਾਂਤਰ AC ਹੈ। ਉਹ ਹੈਗੀ ਆਪਣੇ ਕੋਲ ਦੂਸਰੇ ਪਾਸੇ ਜਾਵਾਂਗੇ ਆਪਣੇ ਕੋਲ ਅਸੀਂ ਇੱਥੋਂ ਚੱਲਦੇ ਹੈਗੇ ਆ ਆਹ ਵਾਲੇ CY ਜਾਂ YC ਸਮਾਨਾਂਤਰ ਹੈ ਆਪਣੇ ਕੋਲ BE ਜਾਂ ਇਹਨੂੰ ਅਸੀਂ ਜਿਹੜਾ ਹੈਗਾ ਇਸ ਢੰਗ ਦੇ ਨਾਲ ਵੀ ਲਿਖ ਸਕਦੇ ਹੈਗੇ ਆ ਵੀ ਆਹ ਜਿਹੜੀ YC ਹੈਗੀ ਆ ਇਹ AC ਹੀ ਹੈ। ਇਹਨੂੰ ਹੀ ਪ੍ਰੋਡਿਊਸ ਗਾਂ ਤੱਕ ਕੀਤਾ ਆ ਅਸੀਂ ਇੱਥੇ ਲਿਖ ਸਕਦੇ ਹੈਗੇ ਆ ਜਾਂ AC ਸਮਾਨਾਂਤਰ BE ਹੈ। ਹੁਣ ਆਪਣੇ ਕੋਲ ਆ ਜਿਹੜੀ ਹੈਗੀ ਸਾਈਡ ਜਿਹੜੀ ਹੈਗੀ ਆ ਇਹਦੇ ਸਮਾਨਾਂਤਰ ਹੋ ਗਈ ਤੇ ਆ ਜਿਹੜੀ ਸਾਈਡ ਜਿਹੜੀ ਆ ਇਹਦੇ ਸਮਾਨਾਂਤਰ ਹੋ ਗਈ। ਇਸ ਲਈ BCYE ਸਮਾਨਾਂਤਰ ਚਤੁਰਭੁਜ ਹੈ। ਇਹ ਅਸੀਂ ਇਹਦੇ ਵਿੱਚ ਜਿਹੜਾ ਕਿ ਸਿੱਧ ਕੀਤਾ ਹੈ। ਉਸ ਤੋਂ ਬਾਅਦ ਵਿੱਚ ਜਿਹੜਾ ਹੈਗਾ ਆ ਇਸੇ ਹੀ ਢੰਗ ਦੇ ਨਾਲ ਅਸੀਂ ਆਹ ਵਾਲੀ ਜਿਹੜੀ ਹੈਗੀ ਆ ਚਤੁਰਭੁਜ ਲਵਾਂਗੇ। ਇਹਦੇ ਵਿੱਚ ਵੀ ਆਪਣੇ ਕੋਲ ਆਹ ਜਿਹੜੀ ਸਾਈਡ ਆ ਇਹਦੇ ਸਮਾਨਾਂਤਰ ਹੈ, ਆਹ ਵਾਲੀ ਸਾਈਡ ਇਹਦੇ ਸਮਾਨਾਂਤਰ ਹੈ ਤਾਂ ਇਹ ਵੀ ਆਪਣੇ ਕੋਲ ਸਮਾਨਾਂਤਰ ਚਤੁਰਭੁਜ ਹੋਵੇਗੀ। ਇਸੇ ਤਰ੍ਹਾਂ ਅਸੀਂ ਇੱਥੇ ਲਿਖਦੇ ਹੈਗੇ ਆ FX ਇੱਕ ਸਮਾਨਾਂਤਰ ਚਤੁਰਭੁਜ है कि BCYE एक समानांतर चतुर्भुज है। उस तो बाद ਅਸੀਂ ਗੱਲ ਕਰਦੇ ਹਾਂ ਹੁਣ ਇਹ ਵਾਲੀ ਆਪਣੀ ਕੋਡ ਜਿਹੜੀ ਹੈਗੀ ਆ ਇੱਕ ਸਮਾਨਾਂਤਰ ਚਤੁਰਭੁਜ ਹੋ ਗਈ ਆ ਵਾਲੀ। ਤਾਂ ਹੁਣ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਵੀ AEB ਹੁਣ ਆਪਣੇ ਕੋਲ ਤ੍ਰਿਭੁਜ AEB ਅਤੇ ਚਤੁਰਭੁਜ EBC ਤੇ Y ਇਹਨਾਂ ਦੇ ਵਿੱਚ ਇਹ ਦੋਵੇਂ ਇੱਕ ਹੀ ਆਧਾਰ ਜਿਸ ਤਰ੍ਹਾਂ ਆਪਣੇ ਕੋਲ ਆਹ ਵਾਲੀ ਤ੍ਰਿਭੁਜ ਦਾ ਆਧਾਰ ਆਪਣੇ ਕੋਲ BE ਹੈ। इधर अपने कोल आ जो अपने कोल समानांतर चतुर्भुज है EBCY ਇਹਦਾ ਵੀ ਆਧਾਰ ਆਪਣੇ ਕੋਲ BE ਹੈ। ਇੱਕ ਹੀ ਆਧਾਰ BE ਉੱਪਰ ਸਥਿਤ ਹਨ ਅਤੇ ਸਮਾਨਾਂਤਰ ਭੁਜਾਵਾਂ
BE ਅਤੇ BE ਅਤੇ CY ਜਾਂ ਇਸ ਨੂੰ ਅਸੀਂ ਜਿਹੜਾ ਹੈਗਾ ਆ CA ਵੀ ਕਹਿ ਸਕਦੇ ਆ ਦੇ ਵਿਚਕਾਰ ਸਥਿਤ ਹਨ। ਇਸ ਲਈ ਆਪਣੇ ਕੋਲ ਕੀ ਆ ਗਿਆ ਵੀ ਏਰੀਆ ਆਫ ਤ੍ਰਿਭੁਜ AEB बराबर 1/2 एरिया ऑफ चतुर्भुज EBC ਤੇ Y। ਹੁਣ ਅਸੀਂ ਤਾਂ ਸਿੱਧ ਕੀਤਾ ਹੈ ਵੀ ਏਰੀਆ ਆਫ ਤ੍ਰਿਭੁਜ AEB ਬਰਾਬਰ 1/2 ਏਰੀਆ ਆਫ ਚਤੁਰਭੁਜ ਆਪਣੇ ਕੋਲ ਹੈਗੀ ਹੈ EBCY ਇਸ ਦੇ ਬਰਾਬਰ ਹੈ। ਵਿਦਿਆਰਥੀਓ ਅਸੀਂ ਜਿਹੜਾ ਹੈਗਾ ਆ ਉਹ ਸਿੱਧ ਕੀਤਾ ਹੈ ਏਰੀਆ ਆਫ ਤ੍ਰਿਭੁਜ AEB ਬਰਾਬਰ 1/2 ਏਰੀਆ ਆਫ ਚਤੁਰਭੁਜ BCYE। ਹੁਣ ਇਸ ਤੋਂ ਬਾਅਦ ਇਸ ਤਰ੍ਹਾਂ ਚਤੁਰਭੁਜ BCFX ਦੇ ਵਿੱਚ BCFX ਦੇ ਵਿੱਚ ਹੁਣ ਇਹਦੇ ਵਿੱਚ ਜਿਹੜਾ ਹੈਗਾ ਆਪਣੇ ਕੋਲ CF ਆ CF ਸਮਾਨਾਂਤਰ ਹੈ AB ਦੇ ਅਤੇ X ਜਿਹੜਾ F ਆ XF ਉਹ ਸਮਾਨਾਂਤਰ ਹੈ BC ਦੇ ਹੈ। ਇਸ ਤਰ੍ਹਾਂ BCFX एक समानांतर चतुर्भुज है ते इसलिए ये वाली अपने को समानांतर चतुर्भुज हो गई आ वाले। हुण ये वाली जिहड़ी हैगी अपने कोल चतुर्भुज अते आ वाली जिहड़ी ट्रायंगल है दोनों का आधार अपने कोल CF है। इधर लिखते हैं त्रिभुज ACF अते समानांतर चतुर्भुज BCFX दोहां का आधार किहड़ा है CF है अते दो समानांतर रेखावां AB अते CF दे विचकार AB ते FC दे विचकार स्थित हैं। तो इसलिए एरिया ऑफ त्रिभुज ACF बराबर एरिया ऑफ 1/2 एरिया ऑफ समानांतर चतुर्भुज BCFX होवे। इहनूं असीं 2 नंबर दिंदे हैं तो ये जिस ढंग दे नाल असीं जिहड़ा हैगा पहला 1 नंबर इत्थे लिखे साइड ते इहनूं भी असीं जिहड़ा हैगा आ वो साइड ते लिखांगे। असीं देखते हाँ कि समानांतर चतुर्भुज BCX BCYE अते BCFX समानांतर रेखावां BC अते EF दे विचकार एक ही आधार
BC ਤੇ ਸਥਿਤ ਹਨ। BC ਤੇ ਸਥਿਤ ਹਨ। ਤੇ ਜੇਕਰ ਇਹ ਆਪਣੇ ਕੋਲ ਕੰਡੀਸ਼ਨ ਲੱਗਦੀ ਹੈ ਵੀ ਜਿਹੜੀ ਕਿ ਇਹ ਦੋਨੇ ਹੀ ਚਤੁਰਭੁਜਾਂ ਜੋ ਸਮਾਨਾਂਤਰ ਹਨ ਉਹ ਦੋ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਹਨ ਅਤੇ ਇੱਕ ਹੀ ਆਧਾਰ ਤੇ ਸਥਿਤ ਹਨ, ਤਾਂ ਉਹਨਾਂ ਦਾ ਖੇਤਰਫਲ ਸਮਾਨ ਹੁੰਦਾ ਹੈ। ਇਸ ਲਈ ਏਰੀਆ ਆਫ ਚਤੁਰਭੁਜ ਸਮਾਨਾਂਤਰ ਚਤੁਰਭੁਜ BCYE बराबर एरिया ऑफ समानांतर चतुर्भुज BCFX दोनों का एरिया ਜਿਹੜਾ ਹੈਗਾ ਉਹ समान हो गया। ਜਦੋਂ ਆਪਣੇ ਕੋਲ ਇੱਥੇ ਜਿਹੜੇ ਹੈਗੇ ਆਹ ਵਾਲੇ ਜਿਹੜੇ ਦੋਨੇ ਹੀ ਏਰੀਆ ਸਮਾਨ ਹੋ ਗਏ ਤਾਂ ਆਪਣੇ ਕੋਲ ਤ੍ਰਿਭੁਜਾਂ ਦਾ ਏਰੀਆ ਵੀ ਸਮਾਨ ਹੋਏਗਾ। ਇਸ ਲਈ ਨੰਬਰ 1 ਅਤੇ 2 ਤੋਂ ਏਰੀਆ ਆਫ त्रिभुज AEB बराबर एरिया ऑफ त्रिभुज ACF ਸਾਡੇ ਕੋਲ ਪ੍ਰਾਪਤ ਹੁੰਦਾ ਹੈ ਜੋ ਅਸੀਂ ਜਿਹੜਾ ਆ ਉਹ ਪਤਾ ਕਰਨਾ ਸੀ।